ਤੁਸੀਂ ਬੀਜੇਪੀ ਤੇ ਕਾਂਗਰਸ ਤਾਂ ਇੱਕ ਸਿਰਫ ਪੋਲੀਟੀਕਲ ਫਰੰਟ ਹੋ। ਸਾਡੇ ਪੰਜਾਬ ਨਾਲ, ਸਾਡੀ ਕੌਮ ਨਾਲ, ਪੰਜਾਬੀਆਂ ਨਾਲ ਧੱਕਾ ਹੀ ਹੋਇਆ। ਆਜ਼ਾਦੀ ਲੈਂਦੇ ਹੀ ਸਾਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕਰਤਾ ਤੁਸੀਂ। ਸਾਡੇ ਤੋਂ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹ ਗਏ ਤੁਸੀਂ, ਲੈ ਗਏ ਸਾਡੇ ਹੱਕ, ਲੈ ਗਏ ਸਾਡੇ ਨਾਲ। ਤੁਸੀਂ ਇਹ ਦੇਖੋ 78 ਤੋਂ ਸ਼ੁਰੂ ਹੋਇਆ, ਅੱਜ ਤੱਕ ਕਿਸੇ ਗੱਲ 'ਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਹੁਣ ਮੈਂ ਅਗਲੇ ਦਿਨ ਸਣੀ ਬਾਈ ਨਾਲ ਦਿੱਲੀ ਬੈਠਾ ਤੇ ਉੱਥੇ ਇੱਕ ਉਹਨਾਂ ਦਾ ਸੀਨੀਅਰ ਲੀਡਰ ਆਇਆ ਤੇ ਕਹਿੰਦੇ ਵੀ ਇਹਨੂੰ ਬੀਜੇਪੀ ਜੁਆਇਨ ਕਰਾਓ, ਚੋਣਾਂ ਵਾਸਤੇ ਬਹੁਤ ਜ਼ਰੂਰੀ ਹੈ। ਮੈਂ ਕਿਹਾ ਜੀ ਚੋਣਾਂ ਵਾਸਤੇ ਇਹ ਕੀ ਗੱਲ ਜ਼ਰੂਰੀ ਆ? ਮੈਂ ਤਾਂ ਅੱਜ ਤੱਕ ਬੀਜੇਪੀ ਦੇ ਨਾਂ ਤੇ ਵੋਟ ਨਹੀਂ ਮੰਗੀ, ਮੈਂ ਸਿਰਫ ਸਨੀ ਦਿਓਲ ਨੂੰ ਸਪੋਰਟ ਕਰਨ ਆਇਆ ਤੇ ਸਨੀ ਦਿਓਲ ਨੂੰ ਹੀ ਕਹਿਣਾ ਵੋਟਾਂ ਪਾਓ। ਮੇਰੀ ਕੋਈ ਤੁਸੀਂ ਇੰਟਰਵਿਊ ਜਾਂ ਕੋਈ ਸਪੀਚ ਸੁਣ ਲਓ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਮੇਰੇ ਤੁਹਾਡੇ ਨਾਲ ਰੂਬਰੂ ਹੋਣ ਦੀ ਜਿਹੜੀ ਵਜ੍ਹਾ ਉਹ ਬੜੀ ਖਾਸ ਆ। ਇਹਦੀਆਂ ਤੰਦਾਂ ਕਿਤੇ ਨਾ ਕਿਤੇ ਇਸ ਦੇਸ਼ ਦੇ ਹੁਕਮਰਾਨਾਂ ਨਾਲ ਜੁੜੀਆਂ ਹੋਈਆਂ, ਪਰ ਇਹ ਮੇਰੀ ਆਪਦੀ ਹੱਡ ਬੀਤੀ ਆ ਤੇ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਵੀ ਬੜੀ ਜ਼ਰੂਰੀ ਆ, ਕਿਉਂਕਿ ਕੁਛ ਨਾ ਕੁਛ ਬੰਦੇ ਇਹੋ ਜਿਹੇ ਆ ਜਾਂ ਕੁਛ ਗੱਲਾਂ ਇਹੋ ਜਿਹੀਆਂ ਜਿਹੜੀ ਮੇਰੇ ਤੇ ਇਹ ਸਵਾਲ ਕੀਤਾ ਜਾਂਦਾ ਵੀ ਮੈਂ ਸਨੀ ਦਿਓਲ ਬਾਈ ਦੇ ਨਾਲ ਗੁਰਦਾਸਪੁਰ ਚੋਣਾਂ 'ਚ ਬੀਜੇਪੀ ਦਾ ਸਾਥ ਦਿੱਤਾ। ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ, ਬਾਹਲਾ ਇਹਦੇ ਤੇ ਟਾਈਮ ਨਹੀਂ ਵੇਸਟ ਕਰਦੇ। ਗੱਲ ਆਏ ਆ ਵੀ ਇਹ ਡਿਸਾਈਡ ਹੋ ਗਿਆ ਵੀ ਸਨੀ ਦਿਓਲ ਬਾਈ ਚੋਣਾਂ ਲੜਨਗੇ। ਬੀਜੇਪੀ ਨੇ ਉਹਨਾਂ ਨੂੰ ਅਪਰੋਚ ਕੀਤਾ, ਬੀਜੇਪੀ ਵਾਲੇ ਕਹਿੰਦੇ ਵੀ ਸਾਡੇ ਖਾਤਰ ਤੁਸੀਂ ਚੋਣਾਂ ਲੜੋ ਪੰਜਾਬ 'ਚੋਂ ਤੇ ਖੜੇ ਹੋ। ਤੇ ਮੈਨੂੰ ਸਨੀ ਬਾਈ ਨੇ ਬੁਲਾਇਆ ਤੇ ਮੈਨੂੰ ਕਿਹਾ ਵੀ ਤੂੰ ਮੇਰੇ ਨਾਲ ਚੱਲੀ ਯਾਰ, ਤੈਨੂੰ ਪੰਜਾਬ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਹੈਗੀ ਆ, ਸੋ ਆਪਾਂ ਚੋਣਾਂ ਲੜਨੀਆਂ। ਹੁਣ ਉਦੋਂ ਤੱਕ ਮੈਂ ਵੀ ਜਿਵੇਂ ਬਹੁਤ ਸਾਰੇ ਸਾਡੇ ਹੋਰ ਬੰਦੇ ਇਹ ਬਹੁਤ ਗੱਲਾਂ ਤੋਂ ਜਾਣਕਾਰ ਜਾਂ ਜਾਗਰੂਕ ਨਹੀਂ ਹੋਣਗੇ, ਉਦੋਂ ਤੱਕ ਮੈਨੂੰ ਵੀ ਬਹੁਤ ਜ਼ਿਆਦਾ ਫਲਸਫੇ ਦੇ ਰਿਲੇਟਡ ਜਾਂ ਬੀਜੇਪੀ ਦੇ ਫਲਸਫੇ ਦੇ ਰਿਲੇਟਡ ਬਾਹਲੀ ਜਾਣਕਾਰੀ ਨਹੀਂ ਸੀ। ਮੈਨੂੰ ਐਂ ਲੱਗਦਾ ਸੀ ਵੀ ਕੁਛ ਵਖਰੇਵੇਂ ਆ ਸਾਡੀ ਕੌਮ ਨਾਲ, ਕੁਛ ਵਖਰੇਵੇਂ ਆ ਇਹਨਾਂ ਦੇ ਜਿਹੜੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਆ, ਜਾਂ ਉਹ ਕਿਸੇ ਵੀ ਸਰਕਾਰ ਨਾਲ ਹੋ ਸਕਦੇ ਆ, ਕਿਉਂਕਿ ਅਸੀਂ ਤਾਂ ਰਹੇ ਹੀ ਬਾਗੀ ਬੰਦੇ ਆ, ਹਕੂਮਤਾਂ ਦੇ ਖਿਲਾਫ ਲੜਦੇ ਰਹੇ ਆ, ਚਾਹੇ ਉਹ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ। ਸੋ ਗੱਲ ਤਾਂ ਇਹ ਹੋ ਗਈ ਜੀ, ਨੋਮੀਨੇਸ਼ਨ ਹੋ ਗਈ, ਗੁਰਦਾਸਪੁਰ ਪਹੁੰਚ ਗਏ। ਉਦੋਂ ਪਹਿਲਾਂ ਮੈਂ ਕੁਛ ਬੀਜੇਪੀ ਦੇ ਸੀਨੀਅਰ ਜਿਹੜੇ ਇਹਨਾਂ ਦੇ ਨੇਤਾ ਜਿਹੜੇ ਨੈਸ਼ਨਲ ਫੇਸ ਆ ਉਹਨਾਂ ਨਾਲ ਮਿਲਿਆ ਵੀ। ਹਾਲਾਂਕਿ ਉਹਨਾਂ ਨੇ ਕਿਸੇ ਨਾ ਕਿਸੇ ਕਨਵਰਸੇਸ਼ਨ ਦੇ ਥਰੂ ਜਾਂ ਕਿਸੇ ਨਾ ਕਿਸੇ ਅਪੀਅਰੈਂਸ ਦੇ ਥਰੂ ਉਹਨਾਂ ਨੂੰ ਇਹ ਵੀ ਲੱਗਿਆ ਵੀ ਇਸ ਮੁੰਡੇ 'ਚ ਹੈਗਾ ਥੋੜ੍ਹਾ ਬਹੁਤ ਦਮ। ਉਹਨਾਂ ਨੇ ਮੈਨੂੰ ਕਿਹਾ ਚੋਣਾਂ ਤਾਂ ਤੂੰ ਹੀ ਲੜਨੀਆਂ। ਤਾਂ ਇਹ ਗੱਲ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਮੂੰਹ ਦੀ ਸੀ। ਪਰ ਐਨੀਵੇਜ਼ ਮੈਂ ਕਦੇ ਵੀ ਆਪਦੇ ਕਿਸੇ ਸੋਸ਼ਲ ਹੈਂਡਲ 'ਤੇ, ਕਿਉਂਕਿ ਉਹ ਮੇਰੇ ਰੋਲ ਮਾਡਲ ਨਹੀਂ ਆ, ਨਾ ਤਾਂ ਇਹਨਾਂ ਦਾ ਕੋਈ ਨੇਤਾ ਮੇਰਾ ਰੋਲ ਮਾਡਲ ਆ, ਮੇਰੇ ਰੋਲ ਮਾਡਲ ਮੇਰੇ ਗੁਰੂ ਸਾਹਿਬਾਨ ਆ, ਸ਼ੁਰੂ ਤੋਂ ਹੀ ਰਹੇ ਆ। ਸੋ ਮੈਂ ਕਦੇ ਆਪਦੇ ਸੋਸ਼ਲ ਹੈਂਡਲ 'ਤੇ ਇਹਨਾਂ ਦੀਆਂ ਕੋਈ ਪਿਕਚਰਾਂ ਜਾਂ ਕੋਈ ਇਹਨਾਂ ਦੇ ਨਾਲ ਮੇਰੀ ਕੋਈ ਮੂਵਮੈਂਟ ਮੈਂ ਸ਼ੇਅਰ ਨਹੀਂ ਕੀਤੀ, ਕਿਉਂਕਿ ਮੈਂ ਉਹ ਗੱਲ 'ਚ ਬੜੀ ਵਿਸ਼ਵਾਸ ਨਹੀਂ ਰੱਖਦਾ। ਇਹਨਾਂ ਗੱਲਾਂ ਨੇ ਮੈਨੂੰ ਕੋਈ ਜ਼ਿਆਦਾ ਖੁਸ਼ੀ ਨਹੀਂ ਦੇਣੀ ਜਾਂ ਐਕਸਾਈਟ ਨਹੀਂ ਕਰਦੀਆਂ ਇਹ ਗੱਲਾਂ ਮੈਨੂੰ। ਸੋ ਗੱਲ ਪਹੁੰਚਦੀ ਆ ਅੱਗੇ, ਨੋਮੀਨੇਸ਼ਨ ਹੋ ਗਈ। ਨੋਮੀਨੇਸ਼ਨ ਤੋਂ ਬਾਅਦ ਉਸ ਇਲਾਕੇ 'ਚ ਥੋੜ੍ਹਾ ਜਿਹਾ ਆਪਦੀ ਜਿਹੜੀ ਅਸੀਂ ਚੋਣ ਮੁਹਿੰਮ ਆਰੰਭ ਕਰਤੀ ਤਾਂ ਹੁਣ ਬੀਜੇਪੀ ਵਾਲਿਆਂ ਨਾਲ ਮੇਰੀ ਕਿਸੇ ਨਾ ਕਿਸੇ ਹੱਦ ਤੱਕ ਖਟਕਣੀ ਸ਼ੁਰੂ ਹੋ ਗਈ, ਕਿਉਂਕਿ ਉਹ ਗੱਲ ਕੁਛ ਹੋਰ ਕਹਿੰਦੇ ਸੀ, ਮੇਰੀਆਂ ਗੱਲਾਂ ਕੁਛ ਹੋਰ ਹੁੰਦੀਆਂ। ਅਸੀਂ ਉਸ ਗੱਲ 'ਤੇ ਵੀ ਆਉਣੇ ਆ ਵੀ ਆਪਾਂ ਕੀ ਗੱਲ ਹੁੰਦੀ ਸੀ ਉਹ। ਸੋ ਇੱਕ ਦਿਨ ਇਸੇ ਦੌਰਾਨ ਮੇਰੀ ਇੱਕ ਡਿਸਕਸ਼ਨ ਜਾਂ ਇੱਕ ਬਹਿਸ ਬੀਜੇਪੀ ਦੇ ਜਾਂ ਆਰਐਸਐਸ ਦੇ ਜਿਹੜੇ ਪੰਜਾਬ ਦੇ ਮੁਖੀ ਆ ਉਹਨਾਂ ਦੇ ਨਾਲ ਹੋਈ। ਉਸ ਬਹਿਸ ਦੇ ਦੌਰਾਨ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਸਾਡੀ ਕੌਮ ਨਾਲ ਜਾਂ ਸਾਡੇ ਜਿਹੜਾ ਪੰਥ ਆ, ਸਿੱਖ ਪੰਥ ਜਾਂ ਪੰਜਾਬੀਆਂ ਨਾਲ ਤੁਹਾਡਾ ਘੁੰਡੀ ਕਿਉਂ ਫਸਦੀ ਆ, ਕਿਸ ਗੱਲ 'ਤੇ ਫਸਦੀ ਆ। ਸੋ ਉਹ ਗੱਲ ਚੱਲਦੀ ਫਲਸਫਿਆਂ 'ਤੇ ਆ ਗਈ, ਫਲਸਫਿਆਂ 'ਤੇ ਗੱਲ ਚੱਲਦੀ ਰਾਸ਼ਟਰਵਾਦ 'ਤੇ ਆ ਗਈ, ਰਾਸ਼ਟਰਵਾਦ ਤੋਂ ਚੱਲਦੀ ਉਹ ਇਹ ਗੱਲ ਕਹਿਣ ਲੱਗ ਗਏ ਵੀ ਅਸੀਂ ਰਾਸ਼ਟਰ ਦੇ ਹਿੱਤ 'ਚ ਸਭ ਕੁਝ ਕਰਦੇ ਹਾਂ। ਸੋ ਮੈਨੂੰ ਉਸ ਗੱਲ ਤੋਂ ਮੈਂ ਆਪਦਾ ਪੱਖ ਦੱਸਿਆ ਜਾਂ ਆਪਦਾ ਪੱਖ ਰੱਖਿਆ ਉਸ ਬਹਿਸ ਦੇ ਦੌਰਾਨ, ਅਤੇ ਮੈਂ ਇਹ ਵੀ
सिख फलसफा या साडी एक पहचान या साडी कौम की पहचान या पंजाबियों की एक जिहड़ी साडी सोच आ उहदे बारे भी गल कीती, क्योंकि उन्होंने नैशनलिस्टिक अप्रोच या उस नैशनलिस्टिक ਦੇ ਜ਼ਰੀਏ ਦੇ ਢੰਗ ਨਾਲ नहीं देखा जा सकता। क्योंकि मैं उन्होंने गल्लां ਜਿਹੜੀਆਂ ਕੀਤੀਆਂ मैं ਕਿਹਾ जी देखो ਜਦੋਂ ਤੋਂ ਤੁਸੀਂ आज़ादी ਲਈ ਆ ਤੁਸੀਂ बीजेपी ਤੇ कांग्रेस ਤਾਂ ਇੱਕ सिर्फ पोलीटिकल फ्रंट हो, ਸਾਡੇ ਪੰਜਾਬ ਨਾਲ ਸਾਡੀ ਕੌਮ ਨਾਲ ਪੰਜਾਬੀਆਂ ਨਾਲ ਧੱਕਾ ਹੀ ਹੋਇਆ। ਆਜ਼ਾਦੀ ਲੈਂਦੇ ਹੀ ਸਾਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕਰਤਾ ਤੁਸੀਂ, ਸਾਡੇ ਤੋਂ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹ ਗਏ ਤੁਸੀਂ, ਲੈ ਗਏ ਸਾਡੇ ਹੱਕ ਲੈ ਗਏ ਸਾਡੇ ਨਾਲ। ਤੁਸੀਂ ਇਹ ਦੇਖੋ 78 ਤੋਂ ਸ਼ੁਰੂ ਹੋਇਆ ਅੱਜ ਤੱਕ ਕਿਸੇ ਗੱਲ 'ਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਤੁਸੀਂ ਆਰਥਿਕ ਤੌਰ ਤੇ ਦੇਖ ਲਓ, ਤੁਸੀਂ ਰਾਜਸੀ ਤੌਰ ਤੇ ਦੇਖ ਲਓ, ਸਾਡੇ ਹੱਥ ਨਿਰਾਸ਼ਤਾ ਤੇ ਦਿਸ਼ਾਹੀਨਤਾ ਹੀ ਆਈ ਆ। ਸੋ ਐਨੀਵੇਜ਼ ਗੱਲ ਚੱਲਦੀ ਚੱਲਦੀ ਕਿਸੇ ਗੱਲ ਤੇ ਨਾ ਪਹੁੰਚੀ। ਉਹ ਤਾਂ ਕਹਿੰਦੇ ਵੀ ਨਹੀਂ ਅਸੀਂ ਤਾਂ ਰਾਸ਼ਟਰ ਦੇ ਹਿੱਤ 'ਚ ਤੁਹਾਨੂੰ ਵੱਖਰਾ ਹੀ ਨਹੀਂ ਸਮਝਦੇ। ਮੈਂ ਕਿਹਾ ਇਹ ਵੀ ਗੱਲ ਇੱਥੇ ਵੀ ਆ ਕੇ ਗੱਲ ਭਿੜਦੀ ਇਸ ਕਰਕੇ ਆ ਵੀ ਅਸੀਂ ਵੱਖਰੇ ਆ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਵੱਖਰਾ ਸਿਰਜਿਆ, ਕਿਉਂਕਿ ਇਹ ਸਾਡੀ ਗੱਲ ਨਹੀਂ ਆ, ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਆ, ਹਰ ਉਸ ਮਾਈਨੋਰਿਟੀ ਜਾਂ ਘੱਟ ਗਿਣਤੀ ਵਰਗ ਦੀ ਗੱਲ ਆ ਜਿਹੜਾ ਇਸ ਯੂਨੀਅਨ 'ਚ ਇਸ ਦੇਸ਼ 'ਚ ਤੁਹਾਡੇ ਨਾਲ ਵਸਦਾ। ਤੁਸੀਂ ਉਹਨਾਂ ਨਾਲ ਸਿੰਗਣਾ ਫਸਾਈ ਰੱਖੋ। ਸੋ ਉਹਨਾਂ ਦੀ ਜਿਹੜੀ ਵਿਲੱਖਣਤਾ ਉਹਨੂੰ ਵੀ ਉਸ ਆਈਡੈਂਟਿਟੀ ਨੂੰ ਵੀ ਤੁਸੀਂ ਸਨਮਾਨ ਦਿਓ, ਕਿਉਂਕਿ ਇਹ ਜਿਹੜੀ ਡੈਮੋਕ੍ਰੇਸੀ ਹੈ ਨਾ ਇਟ ਇਜ਼ ਨਾਟ ਬੇਸਡ ਔਨ ਅਸਿਮੀਲੇਸ਼ਨ। ਇਹ ਡੈਮੋਕ੍ਰੇਸੀ ਬੇਸਡ ਆ integration thing. So the point was that the democracy which actually you talk about has to be based on integration. ਇਹ ਜਿਹੜੀ biodiversity ਆ ਜਿਵੇਂ ਜਾਂ cultural diversity ਆ ਇਹਨੂੰ, ਕਿਉਂਕਿ ਸਾਡੇ ਗੁਰੂਆਂ ਦੇ ਜਿਹੜੇ ਆਦਰਸ਼ ਆ ਉਹਨਾਂ ਨੇ ਸਿਖਾਇਆ ਹੀ ਇਹ ਆ। ਉਹਨਾਂ ਨੇ ਸਰਬੱਤ ਦੀ ਗੱਲ ਕੀਤੀ ਆ, ਸਰਬੱਤ ਦੇ ਭਲੇ ਦੀ ਗੱਲ ਕੀਤੀ ਆ, ਉਹੀ ਗੱਲ ਅਸੀਂ ਕਰਦੇ ਹਾਂ। ਸੋ ਐਨੀਵੇਜ਼ ਇਸ ਗੱਲ ਤੇ ਕਈ ਗੱਲਾਂ ਤੇ ਉਹ ਮੇਰੇ ਨਾਲੋਂ ਉਹਨਾਂ ਦੇ ਵਖਰੇਵੇਂ ਸੀ, ਮੇਰੇ ਵਖਰੇਵੇਂ ਸੀ। ਮੈਂ ਨਹੀਂ ਮੰਨਿਆ, ਮੈਂ ਅੜ ਗਿਆ ਆਪਦੀ ਗੱਲ ਤੇ, ਕਿਉਂਕਿ ਜਿਹੜੀ ਗੱਲ ਸਹੀ ਸੀ ਉਹ ਸਹੀ ਸੀ। ਹੁਣ ਅਗਲੇ ਦਿਨ ਅਸੀਂ ਦਿੱਲੀ ਜਾਣਾ ਸੀ ਤਾਂ ਇੱਕ ਫਰਮਾਨ ਉਹਨਾਂ ਦੇ ਅੰਦਰ ਹੀ ਕਿਤੇ ਜਾਰੀ ਹੋ ਗਿਆ ਵੀ ਇਸ ਮੁੰਡੇ ਨੂੰ ਬੀਜੇਪੀ ਜੁਆਇਨ ਕਰਾਓ। ਹੁਣ ਮੈਂ ਅਗਲੇ ਦਿਨ ਸਨੀ ਬਾਈ ਨਾਲ ਦਿੱਲੀ ਬੈਠਾ ਤੇ ਉੱਥੇ ਇੱਕ ਉਹਨਾਂ ਦਾ ਸੀਨੀਅਰ ਲੀਡਰ ਆਇਆ ਤੇ ਕਹਿੰਦੇ ਵੀ ਇਹਨੂੰ ਬੀਜੇਪੀ ਜੁਆਇਨ ਕਰਾਓ, ਚੋਣਾਂ ਵਾਸਤੇ ਬਹੁਤ ਜ਼ਰੂਰੀ ਹੈ। ਮੈਂ ਕਿਹਾ ਜੀ ਚੋਣਾਂ ਵਾਸਤੇ ਇਹ ਕੀ ਗੱਲ ਜ਼ਰੂਰੀ ਆ? ਮੈਂ ਤਾਂ ਅੱਜ ਤੱਕ ਬੀਜੇਪੀ ਦੇ ਨਾਂ ਤੇ ਵੋਟ ਨਹੀਂ ਮੰਗੀ, ਮੈਂ ਸਿਰਫ ਸਨੀ ਦਿਓਲ ਨੂੰ ਸਪੋਰਟ ਕਰਨ ਆਇਆ ਤੇ ਸਨੀ ਦਿਓਲ ਨੂੰ ਹੀ ਕਹਿਣਾ ਵੋਟਾਂ ਪਾਓ, ਮੇਰੀ ਕੋਈ ਤੁਸੀਂ ਇੰਟਰਵਿਊ ਜਾਂ ਕੋਈ ਸਪੀਚ ਸੁਣ ਲਓ। ਸੋ ਮੈਂ ਨਹੀਂ ਬੀਜੇਪੀ ਜੁਆਇਨ ਕਰੂਗਾ ਤੇ ਮੈਂ ਕੋਰੀ ਨਾ ਕਰਤੀ। ਹੁਣ ਜਦੋਂ ਨਾ ਹੋ ਗਈ ਤਾਂ ਮੇਰੇ ਨਾਲ ਹੋਰ ਜਿਹੜੀ ਸੀ ਘੁੰਡੀ ਫਸਣ ਲੱਗ ਗਈ। ਇੱਕ ਦਿਨ ਉਹ ਹੁਣ ਹੈ ਨਹੀਂ ਇਸ ਦੁਨੀਆ 'ਚ, ਉਹਨਾਂ ਦੀ ਗੱਲ ਕਰਨ ਦੀ ਕੋਈ कैरेक्टर वाइज या मैनू बाली वधिया नहीं लगती, पर मैं फिर भी कर दिना, इस करके कर दिना ये गल किते जाके आपां इहनूं जोड़ना, उस जोड़न वास्ते उस गल नूं जोड़न वास्ते मैं ये गल कर देना। कमल शर्मा जी जिहड़े इंचार्ज सी सारी इलैक्शन दे, गुरदासपुर पठानकोट होर सारी इलैक्शन दे इंचार्ज सी बीजेपी दे, उन्होंने एक गल जिहड़ी सामने रखी भी असीं सनी बाई नूं लैके निरंकारियां दे प्रचार करन जाना। ਹੁਣ ਮੈਂ ਇਸ ਗੱਲ ਤੇ ਅੜ ਗਿਆ ਜੀ, ਇਸ ਗੱਲ ਤੇ ਅੜ ਗਿਆ। ਮੈਂ ਕਿਹਾ ਸਾਡੀ ਗੱਲ ਹੀ ਉੱਥੋਂ ਸ਼ੁਰੂ ਹੋਈ ਆ, ਅਸੀਂ ਤਾਂ ਉੱਥੇ ਵੜ ਗਏ ਤਾਂ ਅਸੀਂ ਕਿਸੇ ਸਾਡੇ ਕੋਲ ਰਹਿ ਕੀ ਗਿਆ, ਮੁੜ ਕੇ ਕੁਝ ਨਹੀਂ ਰਹਿ ਗਿਆ। ਸੋ ਅਸੀਂ ਨਹੀਂ ਉੱਥੇ ਵੜ ਸਕਦੇ। ਅੱਛਾ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਕੀ ਪਤਾ, ਮੈਨੂੰ ਕਹਿੰਦੇ ਤੈਨੂੰ ਕੀ ਪਤਾ, ਸਿਆਸੀ ਲੋਕ ਹਰ ਬੰਦੇ ਦੇ ਜਾਂਦੇ ਹੁੰਦੇ ਆ। ਮੈਂ ਕਿਹਾ ਜੀ ਅਸੀਂ ਇਹੋ ਜਿਹੇ ਸਿਆਸੀ ਲੋਕ ਨਹੀਂ ਆ, ਆਤਮਾ ਵੇਚ ਕੇ ਨਹੀਂ ਕਿਤੇ ਜਾਇਆ ਜਾਂਦਾ। ਜਿੱਦਾਂ ਆਤਮਾ ਵੇਚਤੀ ਫਿਰ ਜਿਹੜਾ ਮਰਜ਼ੀ ਅਹੁਦਾ ਆ ਜੇ, ਜਿੰਨੀਆਂ ਮਰਜ਼ੀ ਦੌਲਤਾਂ ਆ ਜਾਣ, ਉਹਦਾ ਕੋਈ ਫਾਇਦਾ ਨਹੀਂ। ਐਨੀਵੇਜ਼ ਉਸ ਗੱਲ ਤੇ ਗੱਲ ਵੱਧ ਗਈ, ਗੱਲ ਆਰਗੂਮੈਂਟ ਤੇ ਆ ਗਈ, ਗੱਲ ਇਸ ਮੌਕੇ ਤੱਕ ਪਹੁੰਚ ਗਈ। ਮੈਂ ਕਿਹਾ ਐਂ ਕਰੋ ਫਿਰ ਤੁਸੀਂ ਜਾ ਕੇ ਦਿਖਾਓ ਉੱਥੇ, ਜਾਂ ਸਨੀ ਬਾਈ ਨੂੰ ਲਿਜਾ ਕੇ ਦਿਖਾ ਦਿਓ ਉੱਥੇ। ਅਗਲੀ ਗੱਲ ਮੈਂ ਇਹ ਕਿਹਾ ਜੇ ਹੁਣ ਬਾਹਲੀ ਗੱਲ ਆ ਤਾਂ ਤੈਨੂੰ ਇੱਥੋਂ ਮੈਂ ਬਠਿੰਡੇ ਤਾਈਂ ਘੜੀਸੂੰਗਾ ਕਮਲ ਸ਼ਰਮਾ। ਇੱਥੋਂ ਤੱਕ ਗੱਲ ਪਹੁੰਚ ਗਈ ਤੇ ਮੈਂ ਉੱਥੋਂ ਲਿਟਰਲੀ ਉਹ ਪੂਰੀ ਇੱਕ ਮੀਟਿੰਗ ਉਹਨਾਂ ਦੀ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਲੋਕਲ ਆ ਉਹਨਾਂ ਦੀ ਬੈਠੀ ਸੀ ਤੇ ਮੈਂ ਬੜੇ ਤਾਅ 'ਚ ਆ ਕੇ, ਬੜੇ ਗੁੱਸੇ 'ਚ ਆ ਕੇ, ਕਿਉਂਕਿ ਜਦੋਂ ਗੱਲ ਕਿਤੇ ਅੰਦਰ ਵੱਜਦੀ ਆ ਤੁਹਾਡੇ ਤਾਂ ਜਜ਼ਬਾਤ ਵੀ ਤੁਹਾਡੇ ਕਈ ਵਾਰੀ ਬਾਹਰ ਆ ਜਾਂਦੇ ਆ। ਇਸ ਕਰਕੇ ਅਦਰਵਾਈਜ਼ ਸਾਰੇ ਬੰਦੇ ਆਪਣੇ ਸਤਿਕਾਰਯੋਗ ਹੁੰਦੇ ਆ। ਮੈਂ ਕਦੇ ਇਹ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਆਪਦਾ ਆਪਾ ਖੋਹਾਂ, ਪਰ ਕਈ ਮੌਕੇ ਇਹੋ ਜਿਹੇ ਆ ਜਾਂਦੇ ਆ ਜਿੱਥੇ ਤੁਸੀਂ ਇਹ ਗੱਲ ਤੁਹਾਨੂੰ ਕਿਸੇ ਹੋਰ ਢੰਗ ਨਾਲ ਵੀ ਜ਼ਾਹਿਰ ਕਰਨੀ ਪੈ ਸਕਦੀ ਹੈ। ਹਾਲਾਂਕਿ ਮੈਂ ਉੱਥੋਂ ਉੱਠ ਕੇ ਆ ਗਿਆ। ਸੋ ਉੱਠ ਕੇ ਜਦੋਂ ਮੈਂ ਆ ਗਿਆ ਤੇ
ਗੱਲ ਇਹ ਹੋ ਗਈ ਵੀ ਐਂਡ 'ਚ ਇਹ ਗੱਲ ਨਿਬੜੀ ਵੀ ਨਹੀਂ ਜਾਣਾ ਜੀ ਉੱਥੇ। ਤਾਂ ਚਲੋ ਇਹ ਗੱਲ ਨਿਬੜ ਗਈ, ਚੋਣਾਂ ਹੋ ਗਈਆਂ। ਚੋਣਾਂ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤੇ ਮੈਂ ਇਹਦੇ ਤੇ ਹੋਰ ਜ਼ਿਆਦਾ ਸਟੱਡੀ ਜਾਂ ਅਧਿਐਨ ਕਰਨਾ ਸ਼ੁਰੂ ਕੀਤਾ। ਉਸ ਅਧਿਐਨ 'ਚ ਜਾਂ ਉਸ ਸਟੱਡੀ 'ਚ ਮੈਨੂੰ ਇਹ ਗੱਲ ਪਤਾ ਲੱਗੀ ਵੀ ਜਿਹੜੇ ਫਲਸਫੇ ਨੂੰ ਇਹ ਅੱਜ ਦੀ ਡੇਟ 'ਚ ਆਪਦੇ ਅੰਦਰ ਮਿਲਾ ਰਹੇ ਆ ਜਾਂ ਉਹਨੂੰ ਉਸ ਫਲਸਫੇ ਨੂੰ ਇਹ ਬਦਲਣ ਦੀ ਕੋਸ਼ਿਸ਼ ਕਰ ਰਹੇ ਆ, ਸਾਡੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਸਾਡੀ ਐਜੂਕੇਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੇ ਸਾਡੇ ਆਦਰਸ਼ ਆ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਚੀਜ਼ਾਂ ਦਾ ਜਾਂ ਇਹਨਾਂ ਦੇ ਫਲਸਫੇ ਦਾ ਜਦੋਂ ਤੱਕ ਸੰਪੂਰਨ ਤੌਰ ਤੇ ਖੰਡਨ ਨਹੀਂ ਕੀਤਾ ਜਾਊਗਾ ਉਦੋਂ ਤੱਕ ਗੱਲ ਨਹੀਂ ਬਣਨੀ। ਸੋ ਮੈਂ ਉਸ ਗੱਲ ਨੂੰ ਸਮਝ ਕੇ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਸ਼ੁਰੂ ਕਰਤਾ। ਖੰਡਨ ਇਸ ਤਰ੍ਹਾਂ ਸ਼ੁਰੂ ਕਰਤਾ, ਮੈਂ ਸਾਡੀ ਪੰਜਾਬੀਅਤ ਨੂੰ, ਸਾਡੇ ਪੰਜਾਬ ਨੂੰ, ਸਾਡੇ ਲੋਕਾਂ ਨੂੰ, ਸਾਡੀ ਧਰਤੀ ਨੂੰ ਪਹਿਲ ਦੇਣੀ ਸ਼ੁਰੂ ਕਰਤੀ। ਇਹਨਾਂ ਰਵਾਇਤੀ ਹਿੰਦੁਸਤਾਨ ਦੀਆਂ ਜਾਂ ਇਸ ਇੰਡੀਆ ਦੀਆਂ ਜਾਂ ਇਸ ਨੈਸ਼ਨਲ ਪਾਰਟੀਆਂ ਜਾਂ ਸਾਡੇ ਪੰਜਾਬ ਦੀਆਂ ਵੀ ਕੋਈ ਰਵਾਇਤੀ ਪਾਰਟੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀ ਗੱਲ ਕਰਦੀਆਂ, ਉਹਨਾਂ ਨੂੰ ਸ਼ਰੇਆਮ ਮੈਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਬਾਈ ਜੀ ਜੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ ਤਾਂ ਸਾਡੇ ਸਮਝ 'ਚ ਨਹੀਂ ਆ ਸਕਦੀ। ਅਸੀਂ ਗੱਲ ਉਹਦੀ ਸੁਣਾਂਗੇ ਜਾਂ ਉਸ ਬੰਦੇ ਨਾਲ ਹੀ ਬੈਠਾਂਗੇ ਜਿਹੜਾ ਪੰਜਾਬ ਦੀ ਗੱਲ ਕਰੂਗਾ। ਸੋ ਗੱਲ ਇੱਥੇ ਆ ਗਈ ਜੀ ਹੁਣ ਪੰਜਾਬ ਤੇ। ਜਦੋਂ ਪੰਜਾਬ ਤੇ ਗੱਲ ਆਉਂਦੀ ਆ ਫਿਰ ਇਸੇ ਕਰਕੇ ਜੋ ਅੱਜ ਮੇਰਾ ਜੋ ਵੀ ਬਿਆਨ ਹੋਵੇ ਜਾਂ ਮੇਰੀ ਜੋ ਵੀ ਕੋਈ ਸਟੇਟਮੈਂਟ ਹੋਵੇ ਜਾਂ ਕੋਈ ਲਾਈਵ ਸੈਸ਼ਨ ਹੋਵੇ, ਮੈਂ ਸਿਰਫ ਮੁੱਖ ਆਪਦੀ ਧਰਤੀ ਨੂੰ ਤੇ ਆਪਦੇ ਲੋਕਾਂ ਨੂੰ ਰੱਖਦਾ। ਮੇਰੇ ਲਈ ਉਦੋਂ ਜ਼ਿਆਦਾ ਉੱਤੇ ਹੋਰ ਕੋਈ ਗੱਲ ਮੈਨੇ ਨਹੀਂ ਰੱਖਦੀ। ਸੋ ਇਹ ਗੱਲ ਹੁਣ ਇੱਥੇ ਆ ਕੇ ਇਹ ਮੇਰੇ ਤੇ ਮੁੱਕ ਜਾਂਦੀ ਆ। ਹੁਣ ਮੈਂ ਜਿਹੜੀ ਗੱਲ ਤੁਹਾਨੂੰ ਇੱਕ ਵਿੱਚ ਦੀ ਹੋਰ ਕੀਤੀ ਸੀ ਵੀ ਸਾਡੇ ਇਤਿਹਾਸ ਨੂੰ ਜਾਂ ਸਾਡੀ ਸਿੱਖਿਆ ਪ੍ਰਣਾਲੀ ਨੂੰ ਕਿਵੇਂ ਬਦਲਿਆ ਜਾ ਰਿਹਾ, ਇਹ ਗੱਲ ਬਹੁਤ ਡੂੰਘੀ ਆ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਹੁਤ ਜ਼ਿਆਦਾ ਇਸ ਗੱਲ ਨੂੰ। ਜਾਂ ਇਸ ਗੱਲ ਤੇ ਮੈਂ ਗੱਲ ਤਾਂ ਅੱਜ ਕਰਨੀ ਸੀ ਪਰ ਇਸ ਗੱਲ ਤੇ ਆਪਾਂ ਕਿਸੇ ਹੋਰ ਦਿਨ ਚਰਚਾ ਕਰਾਂਗੇ, ਕਿਉਂਕਿ ਇੱਕ ਮੁੱਦਾ ਪੰਜਾਬ 'ਚ ਬਹੁਤ ਭਖਿਆ ਹੋਇਆ ਤੇ ਹੌਲੀ ਹੌਲੀ ਉਹਨੇ ਫੇਰ ਨਿਕਲ ਜਾਣਾ, ਕਿਉਂਕਿ ਸਾਡੀ ਆਦਤ ਆ ਅਸੀਂ ਕਦੇ ਇੱਕ ਮੁੱਦੇ ਨੂੰ, ਕਦੇ ਦੂਜੇ ਮੁੱਦੇ ਨੂੰ, ਕਦੇ ਤੀਜੇ ਮੁੱਦੇ ਨੂੰ, ਕਦੇ ਐਂ ਚੌਥੇ ਨੂੰ ਚੱਕ ਲੈਂਦੇ ਆ, ਪਰ ਉਹਨਾਂ ਨੂੰ ਸਮੁੱਚਤਾ 'ਚ ਨਹੀਂ ਦੇਖਦੇ। ਜਦੋਂ ਤੱਕ ਅਸੀਂ ਸਮੁੱਚਤਾ 'ਚ ਮੁੱਦਿਆਂ ਨੂੰ ਵਿਚਾਰਾਂਗੇ ਨਹੀਂ ਤਾਂ ਸਾਡੇ ਕੋਲੇ ਹੱਲ ਨਹੀਂ ਲੱਭਣਾ ਸਾਨੂੰ ਕੋਈ, ਜਾਂ ਜਦੋਂ ਤੱਕ ਸਿਰ ਜੋੜ ਕੇ ਨਹੀਂ ਬੈਠਾਂਗੇ ਸਾਨੂੰ ਕੋਈ ਹੱਲ ਨਹੀਂ ਲੱਭਣਾ। ਸੋ ਇਸ ਕਰਕੇ ਜਿਹੜੀ ਮੈਂ ਗੱਲ ਕਰਨ ਜਾ ਰਿਹਾ, 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਆ। ਹੁਣ ਉਹ ਮਿਸਿੰਗ ਆ ਜਿਹੜੇ, ਉਹ ਹਜੇ ਤੱਕ ਨਾ ਤਾਂ ਕੋਈ ਅਥਾਰਟੀ ਉਹਦਾ ਜਵਾਬ ਦੇਣ ਵਾਸਤੇ ਤਿਆਰ ਆ, ਨਾ ਹੀ ਕੋਈ SGPC ਦਾ ਮੈਂਬਰ ਉਹਦਾ ਜਵਾਬ ਦੇਣ ਵਾਸਤੇ ਤਿਆਰ ਆ। ਬਾਈ ਜੀ ਗੱਲ ਇਹ ਆ, ਉਹ ਸਰੂਪ ਹੈ ਨਾ ਜਿਹੜੇ, ਉਹ ਫਾਸਲਾ ਤੈਅ ਕਰ ਗਏ ਆ ਪੰਜਾਬ ਤੋਂ ਨਾਗਪੁਰ ਤੱਕ ਦਾ। ਹੁਣ ਤੁਸੀਂ ਇਹ ਦੇਖ ਲਓ, ਜੇ ਉੱਥੋਂ ਤੱਕ ਗੱਲ ਪਹੁੰਚ ਗਈ ਆ ਫਿਰ ਸਾਡੇ ਪੱਲੇ ਕੀ ਰਹਿ ਗਿਆ? ਸਾਡੇ ਪੱਲੇ ਕੁਛ ਨਹੀਂ ਰਿਹਾ ਫਿਰ। ਸੋ ਇਸ ਕਰਕੇ ਸਭ ਤੋਂ ਇੰਪੋਰਟੈਂਟ ਗੱਲ ਇਹ ਆ, ਪਛਾਣੋ ਵੀ ਸਾਡਾ ਇਤਿਹਾਸ ਬਦਲਿਆ ਜਾ ਰਿਹਾ, ਸਾਡੇ ਗ੍ਰੰਥਾਂ ਨੂੰ ਬਦਲਿਆ ਜਾ ਰਿਹਾ, ਸਾਡੀ ਐਜੂਕੇਸ਼ਨ ਨੂੰ ਬਦਲਿਆ ਜਾ ਰਿਹਾ। ਤੁਸੀਂ ਇੱਕ ਮੇਰੀ ਅਰਦਾਸ ਆ ਸੰਗਤ ਨੂੰ, ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਜਿਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੁਰਾਣੀ ਪਈ ਆ ਜਾਂ ਗੁਟਕਾ ਸਾਹਿਬ ਪਿਆ, ਉਹਨੂੰ ਸਾਂਭ ਕੇ ਰੱਖ ਲਓ। ਕਿਸੇ ਨੂੰ ਨਹੀਂ ਦੇਣਾ ਵੀ ਇਹਦਾ ਸੰਸਕਾਰ ਹੋ ਜੇ, ਕਿਉਂਕਿ ਇਹ ਬਹੁਤ ਵੱਡੀ ਸਾਜ਼ਿਸ਼ ਆ ਇੱਕ। ਇਸ ਸਾਜ਼ਿਸ਼ ਨੂੰ ਅਸੀਂ ਸਾਰੇ ਜਦੋਂ ਤੱਕ ਮਿਲ ਕੇ ਨਹੀਂ ਲੜਦੇ, ਇਸ ਸਾਜ਼ਿਸ਼ ਦੇ ਅਗੇਂਸਟ ਅਸੀਂ ਖੜੇ ਨਹੀਂ ਹੁੰਦੇ, ਉਦੋਂ ਤੱਕ ਇਹ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਕਿਉਂਕਿ ਤੁਸੀਂ ਇਹ ਦੇਖੋ, ਜਿਹੜੇ ਹਥਿਆਰਾਂ ਦੀ ਲੜਾਈ ਹੈ ਨਾ ਜਿਹੜੀ, ਉਹ ਬਾਹਲੀ ਦੇਰ ਤੱਕ ਨਹੀਂ ਲੜੀ ਜਾ ਸਕਦੀ ਹੁੰਦੀ। ਹਥਿਆਰਾਂ ਦੀ ਲੜਾਈ ਇੱਕ ਜਗ੍ਹਾ ਆ ਕੇ ਖਤਮ ਹੋ ਜਾਂਦੀ ਆ। ਉਸ ਤੋਂ ਬਾਅਦ ਸਾਡੀ ਲੀਡਰਸ਼ਿਪ ਨੇ ਸਾਨੂੰ ਕੋਈ ਨਵੇਂ ਪੈਂਤਰੇ ਦੇਣੇ ਹੁੰਦੇ ਆ, ਸਾਨੂੰ ਕੋਈ ਨਵੀਂ ਰਣਨੀਤੀ ਘੜਨੀ ਹੁੰਦੀ ਆ। ਪਰ ਸਾਡੀ ਤਾਂ ਲੀਡਰਸ਼ਿਪ ਹੀ ਹੈ ਨਹੀਂ, ਨਾ ਸਾਡੇ ਕੋਲੇ ਰਾਜਸੀ ਲੀਡਰ ਆ, ਨਾ ਸਾਡੇ ਕੋਲੇ ਤੁਸੀਂ ਇਹ ਕਹਿ ਲਓ ਵੀ ਧਾਰਮਿਕ ਲੀਡਰ ਆ। ਜਿਹੜੇ ਰਾਜਸੀ ਲੀਡਰ ਆ ਉਹ ਦਿੱਲੀ ਦੀ ਗੁਲਾਮੀ ਕਰਦੇ ਆ, ਉਹਨਾਂ ਦਾ ਪਾਣੀ ਭਰਦੇ ਆ। ਜਿਹੜੇ ਧਾਰਮਿਕ ਲੀਡਰ ਆ ਉਹ ਸਾਡੇ ਜਿਹੜੇ ਉੱਥੇ ਸੂਬੇ 'ਚ ਬੈਠੇ ਲੀਡਰ ਆ, ਉਹਨਾਂ ਦਾ ਪਾਣੀ ਭਰਦੇ ਆ। ਹੁਣ ਅਸੀਂ ਕਿਹਦੇ ਕੋਲੋਂ ਆਸ ਰੱਖਾਂਗੇ? ਸੋ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਆ ਵੀ ਤੁਸੀਂ ਸਾਰੇ ਜਦੋਂ ਤੱਕ ਸਮੂਹਕ ਰੂਪ 'ਚ ਖੜੇ ਨਹੀਂ ਹੁੰਦੇ, ਜਾਗਰੂਕ ਨਹੀਂ ਹੁੰਦੇ,
ਇਹਦਾ ਹੱਲ ਐਜੂਕੇਸ਼ਨ, ਮਾਡਰਨ ਐਜੂਕੇਸ਼ਨ ਵੀ ਨਹੀਂ ਆ। ਇਹਦਾ ਹੱਲ ਸਾਡੀਆਂ ਰਵਾਇਤਾਂ, ਸਾਡੀ ਰਵਾਇਤੀ ਐਜੂਕੇਸ਼ਨ, ਸਾਡੇ ਰਵਾਇਤੀ ਆਦਰਸ਼ ਜਿਹੜੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਦਰਸ਼ ਦਿੱਤੇ ਸੀ ਉਹੀ ਆ। ਆਪਦੇ ਆਪ ਨੂੰ ਜਾਗਰੂਕ ਕਰੋ, ਆਪਦੇ ਆਪ ਨੂੰ ਇਸ ਲੜਾਈ ਲਈ ਤਿਆਰ ਕਰੋ, ਕਿਉਂਕਿ ਇਹ ਲੜਾਈ ਮੇਰੇ ਇਕੱਲੇ ਦੀ ਨਹੀਂ ਆ, ਇਹ ਲੜਾਈ ਸਾਰੇ ਪੰਜਾਬ ਦੀ, ਸਾਡੀ ਪੰਜਾਬੀਅਤ ਦੀ ਤੇ ਸਾਰੀ ਕੌਮ ਦੀ ਲੜਾਈ ਹੈ ਜੀ। ਤੇ ਮੇਰੇ ਲਈ ਕੋਈ ਮੇਰਾ ਅਕਾਲੀਆਂ ਨਾਲ ਵੈਰ ਨਹੀਂ ਆ, ਕੋਈ ਮੇਰਾ ਹੋਰ ਬੀਜੇਪੀ, ਕਾਂਗਰਸ ਜਾਂ ਜਿਹੜਾ ਆਪ ਪਾਰਟੀ ਨਾਲ ਵੈਰ ਨਹੀਂ ਆ। ਮੇਰੀ ਲੜਾਈ ਜਿਹੜੀ ਆ ਮੇਰੀ ਕੌਮ ਖਾਤਰ ਹੈ ਜੀ, ਉਹਨਾਂ ਖਾਤਰ ਖੜੇ ਆ ਅਸੀਂ। ਤੇ ਜਿਹੜੀ ਪਾਰਟੀ ਚਾਹੇ ਬੀਜੇਪੀ, ਅਕਾਲੀ, ਕਾਂਗਰਸ, ਆਪ ਇਹਦੇ ਅਗੇਂਸਟ ਕੋਈ ਗੱਲ ਕਰੂਗੀ, ਅਸੀਂ ਉਹਨਾਂ ਨੂੰ ਭੰਡਾਂਗੇ ਤੇ ਅਸੀਂ ਉਹਦੀ ਨਿੰਦਿਆ ਕਰਾਂਗੇ ਤੇ ਅਸੀਂ ਆਪਦੀ ਰਣਨੀਤੀ ਵੀ ਘੜਾਂਗੇ, ਨਵੇਂ ਪੈਂਤਰੇ ਵੀ ਘੜਾਂਗੇ। ਕਿਉਂਕਿ ਤੁਸੀਂ ਇਹ ਦੇਖੋ, ਅਸੀਂ ਆਪਦੀਆਂ ਹੀ ਲੱਤਾਂ ਖਿੱਚਣ ਲੱਗ ਜਾਂਦੇ ਆ। ਯਾਰ ਇਹ ਤਾਂ ਦੇਖ ਲਓ ਗੱਲ ਕੀ ਹੋ ਰਹੀ ਆ। ਗੱਲ ਮੈਂ ਬੀਜੇਪੀ ਦੀ ਸਪੋਰਟ ਕੀਤੀ ਕਿ ਸਨੀ ਬੈਜ ਦੀ ਸਪੋਰਟ ਕੀਤੀ ਨਹੀਂ ਹੋ ਰਹੀ। ਗੱਲ ਕੋਈ ਬਾਲੀ ਵੱਡੀ ਆ, ਲੜਾਈ ਬਾਲੀ ਵੱਡੀ ਆ। ਸੋ ਹੋਰ ਹੀ ਪਾਸੇ ਤੁਰੇ ਫਿਰਦੇ ਹੋ ਪਤੰਦਰੋਂ। ਅਸਲ ਗੱਲ ਤੇ ਆਓ, ਅਸਲ ਗੱਲ ਨੂੰ ਪਛਾਣੋ, ਅਸਲ ਲੜਾਈ ਨੂੰ ਪਛਾਣੋ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਰਦਾਸ ਆ। ਬਾਕੀ ਹੋਰ ਬਥੇਰੀਆਂ ਗੱਲਾਂ ਜਿਹੜੀਆਂ ਆਪਾਂ ਕਰਾਂਗੇ, ਪਰ ਅੱਜ ਇੱਕ ਛੋਟਾ ਜਿਹਾ ਸੈਸ਼ਨ ਤੁਹਾਡੇ ਨਾਲ ਕਰਨਾ ਬਹੁਤ ਜ਼ਰੂਰੀ ਸੀ। ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ।